ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਹੀ ਜਿਹੜੇ ਦਰਸ਼ਕ ਹਨ ਸੰਗਤ ਰੂਪ ਵਿੱਚ ਵੀ, ਕਿਉਂਕਿ ਇਸ ਚੈਨਲ ਦੇ ਨਾਲ ਸਾਰੇ ਹੀ ਤਕਰੀਬਨ ਸੰਗਤ ਰੂਪ ਹੀ ਜੁੜੇ ਹਨ। ਸੋ ਅੱਜ ਅਸੀਂ ਸਾਡੇ ਅਤੀ ਸਤਿਕਾਰਯੋਗ ਸਾਡੇ ਜੰਮੂ ਕਸ਼ਮੀਰ ਦੇ ਅੰਦਰ ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ, ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤੋਖ ਵਿਹਾਰ ਕਾਲੂ ਚੱਕ ਵਿਖੇ ਬਤੌਰੇ ਗ੍ਰੰਥੀ ਸਿੰਘ ਅਤੇ ਕੀਰਤਨੀय ਸਿੰਘ ਦੀ ਸੇਵਾ ਤਕਰੀਬਨ ਪਿਛਲੇ 7 ਸਾਲਾਂ ਤੋਂ ਨਿਭਾ ਰਹੇ ਹਨ। ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਅਸੀਂ ਆਪ ਜੀ ਦੇ ਸਨਮੁਖ ਆਏ ਹਾਂ, ਜਿੱਥੇ ਦਾਸ ਭਾਈ ਜਗਤਾਰ ਸਿੰਘ, ਮੇਰੇ ਨਾਲ ਮੇਰੇ ਵੱਡੇ ਵੀਰ ਸਤਿਕਾਰਯੋਗ ਕੀਰਤਨੀय ਭਾਈ ਹਰਪ੍ਰੀਤ ਸਿੰਘ ਜੀ ਚੁਆਲਾ ਸਾਹਿਬ ਅਤੇ ਸਾਡੇ ਪੰਥ ਦਰਦੀ ਅਤੇ ਸਿੱਖ ਨੌਜਵਾਨ ਚੇਤਨਾ ਲਹਿਰ ਦੇ ਸਮੁੱਚੇ ਵੀਰ ਇੱਕ ਕਾਫਲੇ ਦੇ ਰੂਪ ਵਿੱਚ ਭਾਈ ਸਾਹਿਬ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ। ਅੱਜ ਦਾ ਜਿਹੜਾ ਵਿਸ਼ਾ ਆਪ ਜੀ ਦੇ ਰੂਬਰੂ ਹੋਣ ਦਾ, ਕਿ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਆਪ ਜੀ ਨੂੰ ਦੱਸ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਅੰਦਰ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਉਂਦੇ ਆ, ਉੱਥੇ ਕੁਛ ਐਸੀ ਮੰਦਭਾਗੀ ਘਟਨਾ ਵਾਪਰੀ। 19 ਤਰੀਕ ਨੂੰ ਭਾਈ ਸਾਹਿਬ ਜੀ ਘਰੋਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਲਈ ਤੁਰਦੇ ਹਨ। ਜਦੋਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਪਹੁੰਚਦੇ ਹਨ ਤੇ ਉੱਥੇ ਕਾਲੂ ਚੱਕ ਵਿਖੇ ਅੰਦਰ ਪ੍ਰਕਾਸ਼ ਕਰਦੇ ਹਨ। ਸਾਰਾ ਦੀਵਾਨ ਦੀ ਸਮਾਪਤੀ ਹੁੰਦੀ ਹੈ। ਜਦੋਂ ਬਾਹਰ ਵੇਖਦੇ ਹਨ ਕਿ ਬਹੁਤ ਸਾਰੀਆਂ ਸੰਗਤਾਂ ਜਿੱਥੇ ਭਾਈ ਸਾਹਿਬ ਨੇ ਗੱਡੀ ਖੜੀ ਕੀਤੀ ਹੈ ਉੱਥੇ ਇਕੱਤਰ ਹੋਈਆਂ ਹਨ ਤੇ ਭਾਈ ਸਾਹਿਬ ਵੀ ਪਹੁੰਚਦੇ ਹਨ, ਤਾਂ ਜਦੋਂ ਆ ਕੇ ਵੇਖਦੇ ਹਨ ਸੋ ਭਾਈ ਸਾਹਿਬ ਦੀ ਜਿਹੜੀ ਗੱਡੀ ਖੜੀ ਹੈ ਉਸ ਦਾ ਬੈਕ ਜਿਹੜਾ ਮਿਰਰ ਹੈ, ਸ਼ੀਸ਼ਾ, ਉਹ ਤੋੜ ਦਿੱਤਾ ਜਾਂਦਾ ਹੈ। ਸੋ ਇਹ ਸੋਚਦੇ ਹਨ ਕਿ ਸ਼ਾਇਦ ਕੋਈ ਅੰਦਰ ਗੈਸ ਇਕੱਠੀ ਹੋਣ ਦੇ ਕਾਰਨ, ਠੰਡ ਵੀ ਹੈ ਜਾਂ ਕੋਈ ਐਸਾ ਭਾਣਾ ਵਾਪਰਿਆ ਹੋਵੇਗਾ। ਜਦ ਕਿ ਇਹਨਾਂ ਨੇ ਆਪਣੇ ਦੱਸਿਆ ਸਾਨੂੰ ਕਿ ਅੰਦਰੋਂ ਇਹਨਾਂ ਨੂੰ ਦੁੱਖ ਹੋਇਆ ਕਿ ਇਹਨਾਂ ਨੇ ਇੱਕ ਨਵੀਂ ਗੱਡੀ ਲਈ ਸੀ। ਤੇ ਜਦੋਂ ਉਹ ਵੇਖਦੇ ਹਨ ਉਸ ਵੇਲੇ ਸੰਗਤਾਂ ਨੂੰ ਕਹਿੰਦੇ ਹਨ, ਆਪ ਜੀ ਚਲੋ ਚਾਹ ਦਾ ਲੰਗਰ ਚੱਲ ਰਿਹਾ ਸੀ, ਲੰਗਰ ਛਕੋ, ਕੋਈ ਗੱਲ ਨਹੀਂ, ਵੇਖਦੇ ਹਾਂ। ਥੋੜ੍ਹਾ ਜਿਹਾ ਬਾਅਦ ਵਿੱਚ ਜਦੋਂ ਇਹਨਾਂ ਦੇ ਮਨ 'ਚ ਆਉਂਦਾ ਹੈ, ਹੋਰ ਵੀ ਜਿਹੜੇ ਪਤਵੰਤੇ ਉਹਨਾਂ ਦੇ ਮਨਾਂ ਵਿੱਚ ਇਹ ਆਉਂਦੀ ਹੈ ਗੱਲ ਕਿ ਐਸਾ ਭਾਣਾ ਵਾਪਰ ਨਹੀਂ ਸਕਦਾ, ਅੱਜ ਤੱਕ ਨਹੀਂ ਹੋਇਆ, ਅਸੀਂ CCTV ਚੈੱਕ ਕਰ ਲੈਂਦੇ ਹਾਂ। ਤਾਂ ਜਦੋਂ CCTV ਚੈੱਕ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਸਾਹਮਣੇ ਆਉਂਦਾ ਹੈ ਕਿ 2 ਬਾਈਕ ਸਵਾਰ, ਔਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ, ਉਹ ਤਕਰੀਬਨ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਹੈ ਵੀਡੀਓ ਕੱਲ੍ਹ ਰਾਤ ਦੀ। ਉਸ ਵਿੱਚ ਆਪਣੇ ਹੀ ਕੋਈ ਸਿੱਖ ਨੌਜਵਾਨ ਹਨ ਜਿਹੜੇ 2 ਬਾਈਕ ਸਵਾਰ ਆਉਂਦੇ ਹਨ ਅਤੇ ਇੱਕ ਉਤਰਦਾ ਹੈ ਅਤੇ ਉਸ ਨੂੰ ਪੱਥਰ ਦੇ ਨਾਲ ਉਹ ਸ਼ੀਸ਼ਾ ਜਿਹੜਾ ਕਾਰ ਦਾ ਤੋੜਿਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਦੇਖਦੇ ਹਨ, ਕੰਸਰਨਿੰਗ ਜਿਹੜਾ ਥਾਣਾ ਹੈ ਗੰਗਿਆਲ, ਉੱਥੇ ਇਹਨਾਂ ਦੇ ਵੱਲੋਂ ਇਹਨਾਂ ਦੇ ਚੇਅਰਮੈਨ ਔਰ ਪ੍ਰਬੰਧਕ ਜਿਹੜੇ ਨਾਲ ਜਾ ਕੇ ਉਸ ਦੀ ਇਹਨਾਂ ਨੇ ਕੰਪਲੇਂਟ ਵੀ ਦਰਜ ਕਰਵਾਈ। ਫਿਰ ਇਹਨਾਂ ਨੂੰ ਸੰਗਤਾਂ ਕਹਿੰਦੀਆਂ ਹਨ ਕਿ ਥੋੜ੍ਹਾ ਜਿਹਾ ਇਹੋ ਜਿਹਾ ਸਮਾਂ ਹੈ, ਥੋੜ੍ਹਾ ਜਿਹਾ ਸ਼ੱਕ ਦਾ ਦਾਇਰਾ ਚੱਲ ਰਿਹਾ ਹੈ, ਅਤੇ ਭਾਈ ਸਾਹਿਬ ਆਪ ਜੀ ਸਵੇਰ ਨੂੰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਤਬਲਾ ਵਾਦਕ ਹਨ ਉਹ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਸਾਰੀ ਸੇਵਾ ਨਿਭਾ ਲੈਂਦੇ ਹਨ। ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਆਪ ਜੀ ਸਵੇਰੇ ਥੋੜ੍ਹਾ ਜਿਹਾ, ਕਿਉਂਕਿ ਜਿਸ ਵੇਲੇ ਤੁਰਦੇ ਹਨ ਘਰੋਂ ਅਤੇ ਉਸ ਵੇਲੇ ਸਵੇਰੇ ਹਨੇਰਾ ਹੁੰਦਾ ਹੈ, ਸੋ ਇਹਨਾਂ ਨੂੰ ਕਿਹਾ ਜਾਂਦਾ ਕਿ ਥੋੜ੍ਹਾ ਜਿਹਾ ਜਿਸ ਤਰ੍ਹਾਂ ਚਾਨਣ ਹੁੰਦਾ ਹੈ ਤਾਂ ਤੁਸੀਂ ਉਸ ਸਮੇਂ ਆਓ ਜਦ ਤੱਕ ਇਹ ਤਬਦੀਸ਼ ਕੰਪਲੀਟ ਹੋ ਜਾਂਦੀ। ਸੋ ਭਾਈ ਸਾਹਿਬ 2-3 ਦਿਨ ਇਸੇ ਤਰ੍ਹਾਂ ਹੀ ਵਿੱਚ ਨਹੀਂ ਜਾਂਦੇ, ਅਤੇ ਜਿਸ ਦਿਨ 24 ਤਰੀਕ ਕੱਲ੍ਹ ਦਾ ਦਿਨ ਜਿਹੜਾ ਗਿਆ ਹੈ, ਸਵੇਰੇ ਇਹਨਾਂ ਨੂੰ ਜਦੋਂ ਇਹ ਘਰੋਂ ਤੁਰਦੇ ਹਨ ਇਹਨਾਂ ਨੂੰ ਇਹਨਾਂ ਦੇ ਤਬਲਚੀ ਦਾ ਫੋਨ ਆ ਜਾਂਦਾ ਹੈ ਕਿ ਭਾਈ ਸਾਹਿਬ ਥੋੜ੍ਹਾ ਜਿਹਾ ਮੇਰੀ ਸਿਹਤ ਢਿੱਲੀ ਸੀ ਅਤੇ ਆਪ ਜੀ ਮੈਂ ਥੋੜ੍ਹਾ ਲੇਟ ਹੋ ਗਿਆ, ਅਤੇ ਆਪ ਜੀ ਆਓ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਗੁਰੂ ਮਰਿਆਦਾ ਹੁੰਦੀ ਹੈ ਉਹ ਸੇਵਾ ਆਪ ਜੀ ਨਿਭਾ ਦਿਓ। ਸੋ ਭਾਈ ਸਾਹਿਬ ਜੀ ਜਦੋਂ ਘਰੋਂ ਤੁਰਦੇ ਹਨ 4:55 'ਤੇ ਭਾਈ ਸਾਹਿਬ 4:55 'ਤੇ ਘਰੋਂ ਤੁਰਦੇ ਹਨ ਅਤੇ ਗ੍ਰੇਟਰ ਕੈਲਾਸ਼ ਇਹ ਰਹਿੰਦੇ ਹਨ। ਇੱਥੋਂ ਜਦੋਂ ਥੋੜ੍ਹਾ ਜਿਹਾ ਹੀ ਅੱਗੇ ਤੁਰਦੇ ਹਨ ਅਤੇ ਉੱਥੇ ਇਹਨਾਂ ਨੂੰ ਇਸ ਤਰ੍ਹਾਂ ਇੱਕ ਗੱਡੀ ਦੀ ਆਵਾਜ਼ ਆਉਂਦੀ ਹੈ ਜੋ ਮਰੂਤੀ 800। ਇਸ ਮਰੂਤੀ 800 ਦਾ ਮੈਂ ਜ਼ਿਕਰ ਕਰਦਿਆਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਸਾਨੂੰ ਸਾਰੀ ਵਾਰਦਾਤ ਸੁਣਾਈ ਹੈ ਕਿ 19 ਤਰੀਕ ਨੂੰ ਜਦੋਂ ਇਹਨਾਂ ਨੇ CCTV ਚੈੱਕ ਕੀਤੇ ਤਾਂ ਉਸ CCTV ਵਿੱਚ ਇਹੀ ਮਰੂਤੀ 800 ਉੱਥੇ ਕਾਫੀ ਚੱਕਰ, ਜਿਹੜੀ ਨਾ ਤਾਂ ਉੱਥੇ ਕੰਸਰਨਿੰਗ ਕਿਸੇ ਇਲਾਕੇ ਦੇ ਕਿਸੇ ਦੁਕਾਨਦਾਰਾਂ ਕੋਲ ਹੈ, ਉਹ ਮਰੂਤੀ 800 ਉੱਥੇ ਵੀ ਇਹਨਾਂ ਦੀ ਇੱਕ ਸ਼ੱਕ ਦੇ ਦਾਇਰੇ ਵਿੱਚ ਆ ਜਾਂਦੀ ਹੈ ਕਿ ਇਹ ਜਿਹੜੀ ਗੱਡੀ ਹੈ ਇੱਥੇ ਰੋਜ਼ ਚੱਕਰ ਕਿਉਂ ਲਗਾਉਂਦੀ ਹੈ। ਅਤੇ ਇਹ ਜਦੋਂ 24 ਤਰੀਕ ਨੂੰ ਸਵੇਰੇ ਨਿਕਲਦੇ ਹਨ ਅਤੇ ਉੱਥੋਂ ਜਦੋਂ ਇਹਨਾਂ ਨੂੰ ਇੱਕ ਗੱਡੀ ਕਿਤੇ ਪਾਸ ਹੀ ਕਰਦੇ ਹਨ ਅਤੇ ਇਹਨਾਂ ਨੂੰ ਐਕਸਲੇਟਰ ਦੀ, ਕਿਉਂਕਿ ਜਦੋਂ ਗੱਡੀ ਦਾ ਐਕਸਲੇਟਰ ਅਸੀਂ ਦਿੰਦੇ ਹਾਂ, ਜਦੋਂ ਉਹਨੂੰ ਬਹੁਤ ਜ਼ਿਆਦਾ ਭਰਦੇ ਹਾਂ ਐਕਸਲੇਟਰ, ਤਾਂ ਇੰਝ ਲੱਗਦਾ ਹੈ ਕਿ ਕਾਫੀ ਸਪੀਡ ਵਿੱਚ ਹੈ, ਅਤੇ ਇਹਨਾਂ ਨੂੰ ਇਹ ਸੜਕ ਦੇ ਵਿੱਚ ਤੁਰ ਰਹੇ ਸਨ ਅਤੇ ਇਹਨਾਂ ਨੂੰ ਲੱਗਦਾ ਹੈ ਕਿ ਪਿੱਛੋਂ ਬੜੀ ਤੇਜ਼ ਰਫ਼ਤਾਰ ਵਿੱਚ ਗੱਡੀ ਆਈ। ਇਹਨਾਂ ਨੇ ਸੋਚਿਆ ਕਿ ਸ਼ਾਇਦ ਕਿਸੇ ਨੂੰ ਐਮਰਜੈਂਸੀ ਨਾ ਹੋਵੇ। ਇਹ ਗੱਡੀ ਜਦੋਂ ਆਪਣਾ ਮੋਟਰਸਾਈਕਲ ਖੱਬੇ ਬੰਨੇ ਤੋਰਦੇ ਹਨ
ਤੇ ਉਹ ਗੱਡੀ ਵਾਲਾ ਜਦੋਂ ਥੋੜਾ ਜਿਹਾ ਇਹਨਾਂ ਦੀ ਆਪਣਾ ਜਿਹੜਾ ਚਿਹਰਾ ਸੀ ਉਹ ਪਿੱਛੇ ਵੱਲ ਘੁਮਾਇਆ ਕਿ ਮੈਂ ਕਿਸੇ ਨੂੰ ਸਪੇਸ ਦੇ ਦਿਆਂ ਲੰਘਣ ਲਈ, ਇਹ ਵੇਖਦੇ ਹਨ ਕਿ ਉਹ ਗੱਡੀ ਇਹਨਾਂ ਦੇ ਤਰਫ ਹੀ ਇੱਧਰ ਆ ਰਹੀ ਹੈ। ਸੋ ਇਹ ਅੱਗੇ ਨੂੰ ਵੇਖਦੇ ਹੋਏ ਜਦੋਂ ਪਹੁੰਚਦੇ ਹਨ ਤੇ ਉਹ ਗੱਡੀ ਇਹਨਾਂ ਨੂੰ ਪਿੱਛੋਂ ਪੂਰਾ ਜ਼ੋਰ ਦੀ ਸਪੀਡ, ਤਕਰੀਬਨ 100+ ਸਪੀਡ ਸੀ ਗੱਡੀ ਦੀ, ਜਿਹੜਾ ਉਹ ਇਹਨਾਂ ਨੂੰ ਉਤੋਂ ਹਿੱਟ ਕਰਦੀ ਹੈ ਤੇ ਉਹ ਗੱਡੀ ਅੱਗੇ ਨਿਕਲ ਜਾਂਦੀ ਹੈ। ਭਾਈ ਸਾਹਿਬ ਥੱਲੇ ਡਿੱਗ ਜਾਂਦੇ ਹਨ। ਫਿਰ ਵੀ ਇਹ ਕੋਸ਼ਿਸ਼ ਕਰਦੇ ਹਨ ਕਿ ਮੈਂ ਗੱਡੀ ਦੀ ਨੰਬਰ ਪੜ੍ਹ ਲਵਾਂ, ਪਰ ਇਹਨਾਂ ਦਾ ਉਸ ਸਮੇਂ ਹਾਲਤ ਐਸੇ ਨਹੀਂ, ਕਿਉਂਕਿ ਇਹਨਾਂ ਦਾ ਤੁਸੀਂ ਵੇਖ ਸਕਦੇ ਹੋ ਭਾਈ ਸਾਹਿਬ ਖੜ੍ਹੇ ਹਨ, ਹੱਥ 'ਤੇ ਵੀ ਸੱਟਾਂ, ਗੋਡੇ 'ਤੇ ਵੀ ਸੱਟਾਂ, ਲੱਤਾਂ 'ਤੇ ਵੀ, ਤੇ ਔਰੇ ਮੋਢਾ ਜਿਹੜਾ ਇਹਨਾਂ ਦਾ 2 ਜਗ੍ਹਾ ਤੋਂ ਫ੍ਰੈਕਚਰ ਹੋ ਚੁੱਕਿਆ ਹੈ। ਸੋ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਮੈਂ ਸਮਝਦਾ ਹਾਂ ਕਿ ਬਹੁਤ ਹੀ ਦੁਖਦਾਈ। ਗੁਰੂ ਘਰ ਦੇ ਕੀਰਤਨੀਏ ਗ੍ਰੰਥੀ ਸਿੰਘ ਕਿਸੇ ਦੀ ਕਿਸੇ ਤਰੀਕੇ ਦੇ ਨਾਲ ਵੀ ਅਗਰ ਭਾਈ ਸਾਹਿਬ ਦੇ ਨਾਲ ਕੋਈ ਨਾਰਾਜ਼ਗੀ ਹੋਵੇਗੀ, ਉਹ ਮੈਂ ਤਾਂ ਸਮਝਦਾ ਕਿ ਜਿਹੜੇ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਹਨ, ਜਿਹੜੇ ਲੋਕਾਂ ਨੂੰ ਗੁਰੂ ਸਾਹਿਬ ਦਾ ਸੁਨੇਹਾ ਦਿੰਦੇ ਹਨ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਏ, ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ, ਇੰਨੀ ਦਰਿੰਦਗੀ। ਔਰ ਇਹ ਇਹਨਾਂ ਨੂੰ ਹਿੱਟ ਇਸ ਲਈ ਕੀਤਾ ਗਿਆ, ਉਹਨਾਂ ਨੇ ਤੇ ਆਪਣੇ ਵੱਲੋਂ ਭਾਈ ਸਾਹਿਬ ਨੂੰ ਮਾਰ ਕੇ ਸੱਟ ਦਿੱਤਾ ਸੀ ਥੱਲੇ, ਕਿਸੇ ਡਿਵਾਈਡਰ ਦੇ ਨਾਲ ਇਹਨਾਂ ਦੀ ਦਸਤਾਰ ਵੀ ਉੱਥੇ ਖੁੱਲ੍ਹ ਗਈ। ਗੁਰੂ ਸਾਹਿਬ ਨੇ ਜਿਹੜਾ ਤਾਜ ਦਿੱਤਾ ਹੈ ਸਾਨੂੰ, ਬੜੇ ਐਕਸੀਡੈਂਟਾਂ ਵਿੱਚ ਦਸਤਾਰ ਹੀ ਸਾਡੀ ਉੱਥੇ ਵੀ, ਜਿੱਥੇ ਵੈਸੇ ਸਾਡਾ ਤਾਜ ਹੈ ਉੱਥੇ ਉਹ ਇਹਨਾਂ ਦੀ ਦਸਤਾਰ ਵੀ ਖੁੱਲ੍ਹ ਗਈ। ਸੋ ਇਹ ਇਹਨਾਂ ਉੱਪਰ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ, ਅਸੀਂ ਆਪਣੀ ਪੁਰਜ਼ੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਅੱਗੇ, ਕਿਉਂਕਿ ਉਸ ਤੋਂ ਬਾਅਦ ਵੀ ਜਿਹੜੀ ਕੰਸਰਨਿੰਗ ਚੌਕੀ ਹੈ ਗ੍ਰੇਟਰ ਕੈਲਾਸ਼ ਦੀ, ਉੱਥੇ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਭਾਈ ਸਾਹਿਬ ਅਤੇ ਪ੍ਰਬੰਧਕਾਂ ਵੱਲੋਂ। ਸੋ ਅਸੀਂ ਆਪਣੇ ਵੱਲੋਂ ਦਾਸ ਦੇ ਨਾਲ ਆਏ ਮੇਰੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ ਝਵਾਲਾ ਸਾਹਿਬ ਅਤੇ ਪੰਜ ਦਰਦੀ ਵੀਰਾਂ ਵੱਲੋਂ ਇਹ ਐਡਮਿਨਿਸਟ੍ਰੇਸ਼ਨ ਨੂੰ ਪੂਰੀ ਮੰਗ ਕਰਦੇ ਹਾਂ ਕਿ ਜਿੱਥੇ ਆਮ ਵੀ ਕੋਈ ਕ੍ਰਾਈਮ ਹੁੰਦਾ ਹੈ ਉਸ ਨੂੰ ਵੀ ਠੱਲ ਪਾਈ ਜਾਏ, ਪਰ ਜਿਹੜੇ ਧਾਰਮਿਕ ਲੋਕ ਹਨ, ਜਿਹੜੇ ਹਮੇਸ਼ਾ ਹੀ ਆਪਣੀ ਸਾਦਗੀ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਹਨ, ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਨਸ਼ਿਆਂ ਵੱਲ ਨਾ ਜਾਈਏ, ਕ੍ਰਾਈਮ ਜਿਹੜਾ ਅਸੀਂ ਕਰਦੇ ਹਾਂ ਇਹ ਸਾਡੇ ਲਈ ਚੰਗੇ ਨਹੀਂ ਹੁੰਦੇ। ਅਗਰ ਉਹਨਾਂ ਦੇ ਉੱਪਰ ਖੁੱਲ੍ਹੇਆਮ ਇਹੋ ਜਿਹੇ ਕ੍ਰਾਈਮ, ਇਹੋ ਜਿਹੀਆਂ ਵਾਰਦਾਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਤੇ ਮੈਂ ਸਮਝਦਾ ਕਿ ਇਸ ਜੰਮੂ ਕਸ਼ਮੀਰ ਦੇ ਇਸ ਐਡਮਿਨਿਸਟ੍ਰੇਸ਼ਨ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੋਵੇਗਾ ਕਿ ਅਗਰ ਉਹ ਇਸ ਵਿੱਚ ਆਪਣੀ ਕੋਈ ਵੀ ਐਸੀ ਆਪਣੀ ਨਾਮੋਸ਼ੀ ਦਾ ਸਾਨੂੰ ਸਾਹਮਣਾ ਨਾ ਕਰਨਾ ਪਏ ਐਡਮਿਨਿਸਟ੍ਰੇਸ਼ਨ ਵੱਲੋਂ। ਜਦ ਕਿ ਭਾਈ ਸਾਹਿਬ ਵੱਲੋਂ ਦੱਸਿਆ ਗਿਆ ਕਿ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ 26 ਜਨਵਰੀ ਹੈ, 26 ਜਨਵਰੀ ਵਿੱਚ ਬਹੁਤ ਸਾਰੇ ਪੁਖਤਾ ਜਿਹੜੇ ਪ੍ਰਬੰਧ ਹਨ ਉਹ ਐਡਮਿਨਿਸਟ੍ਰੇਸ਼ਨ ਨੂੰ ਕਰਨੇ ਪੈਂਦੇ। ਉਹਨਾਂ ਨੇ ਕਿਹਾ ਕਿ ਕੱਲ੍ਹ ਦਾ ਦਿਨ ਸਾਨੂੰ ਦੇ ਦਿਓ, ਉਸ ਤੋਂ ਬਾਅਦ ਅਸੀਂ ਜਿਹੜੀ ਕਾਰਵਾਈ ਇਸ ਨੂੰ ਬਿਲਕੁਲ ਛੇਤੀ ਉਹਨਾਂ ਜਿਹੜੇ ਸਾਜ਼ਿਸ਼ ਕਰਤਾ ਅਤੇ ਜਿਹੜੇ ਜਿਨ੍ਹਾਂ ਨੇ ਇਹਨਾਂ ਉੱਪਰ ਜਾਨਲੇਵਾ ਇਹਨਾਂ ਨੂੰ ਮਾਰਨ ਦਾ ਅਟੈਂਪਟ ਟੂ ਮਰਡਰ ਇਹ ਕੇਸ ਜਿਹੜਾ ਹੈ ਉਹ ਬਣਦਾ ਹੈ। ਅਸੀਂ ਇੱਥੋਂ ਦੇ ਸਾਡੇ ਡੀਜੀ ਸਾਹਿਬ ਦਿਲਬਾਗ ਸਿੰਘ ਜੀ ਜਿਹੜੇ ਬਹੁਤ ਵਧੀਆ ਜੰਮੂ ਕਸ਼ਮੀਰ ਨੂੰ ਪਿਛਲੇ ਸਮੇਂ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਨੂੰ ਵੀ ਆਪਣੇ ਅਪੀਲ ਕਰਦੇ ਹਾਂ ਗੁਰੂ ਘਰ ਦਾ ਕੀਰਤਨੀਆ ਹੋਣ ਕਰਕੇ ਕਿ ਇਸ ਕੇਸ ਨੂੰ ਵੈਸੇ ਵੀ ਤੁਸੀਂ ਹਰ ਪਾਸੇ ਆਪਣੀ ਨਜ਼ਰ ਰੱਖਦੇ ਹੋ, ਇਸ ਕੇਸ ਨੂੰ ਬੜੇ ਪਰਸਨਲਾਈਜ਼ ਵੀ ਉਹ ਜ਼ਰੂਰ ਲੈਣ, ਕਿਉਂਕਿ ਉਹ ਇੱਕ ਆਪ ਚੰਗੇ ਬੁਲਾਰੇ ਵੀ ਹਨ, ਉਹਨਾਂ ਨੂੰ ਅਸੀਂ ਆਪਣੀਆਂ ਸਟੇਜਾਂ ਤੋਂ ਵੀ ਸੁਣਦੇ ਹਾਂ ਵੇਖਿਆ ਹੈ, ਗੁਰੂ ਨਾਨਕ ਦਾ ਸੁਨੇਹਾ ਵੀ ਦਿੰਦੇ ਹਨ। ਤੇ ਇਹ ਗੁਰੂ ਨਾਨਕ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਹਨ, ਉਹ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਮੈਂ ਕਹਿੰਦਾ ਹਾਂ, ਔਰ ਉਹ ਲੋਕ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਉਹਨਾਂ ਲਈ ਅੱਜ ਗੁਰੂ ਘਰ ਦਾ ਗ੍ਰੰਥੀ ਸਿੰਘ, ਮੈਂ ਵੀ ਕੀਰਤਨੀਆ ਹਾਂ, ਮੈਨੂੰ ਇੱਥੇ ਆ ਕੇ ਇਹਨਾਂ ਦੀ ਵਾਰਦਾਤ ਸੁਣਨ ਤੋਂ ਬਾਅਦ ਇਹ ਭਾਈ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀ ਹਰਪ੍ਰੀਤ ਸਿੰਘ ਝਵਾਲਾ ਸਾਹਿਬ ਨਾਲ ਕਿ ਸਾਨੂੰ ਅਗਰ ਕੋਈ ਰਾਤ ਨੂੰ 11 ਵਜੇ ਫੋਨ ਕਰ ਰਿਹਾ ਹੈ, ਸਾਨੂੰ ਕਿਤੇ ਰਾਤ ਨੂੰ ਕਿਤੇ ਮਾਤਮਦਾਰੀਆਂ ਹੋ ਜਾਂਦੀਆਂ ਹਨ, ਸੋ ਅਸੀਂ ਆਪਣੀ ਸੇਫਟੀ ਕਿਸ ਤਰ੍ਹਾਂ ਆਪਣੀ ਸਮਝਾਂਗੇ। ਅਸੀਂ ਇੱਥੋਂ ਨਿਕਲਣਾ ਹੈ, ਸਾਡਾ ਪਰਿਵਾਰ ਸਾਨੂੰ ਕਹਿੰਦਾ ਹੈ ਕਿ ਰਾਤ ਨੂੰ ਤੁਸੀਂ ਵੇਲੇ ਕੁ ਜਾਂਦੇ ਹੋ, ਫਿਰ ਵੀ ਅਸੀਂ ਸੋਚਦੇ ਹਾਂ ਕਿ ਅਸੀਂ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹੁੰਚਣਾ ਹੈ। ਸੋ ਇਹ ਸਵਾਲੀਆ ਨਿਸ਼ਾਨ ਹਰ ਇੱਕ ਕੀਰਤਨੀਏ ਪ੍ਰਚਾਰਕ ਦੇ ਉੱਪਰ ਹੈ। ਸੋ ਮੈਂ ਇਹ ਅਪੀਲ ਕਰਦਾ ਹਾਂ, ਕਿਸੇ ਨੂੰ ਵੀ ਕਿਸੇ ਪ੍ਰਚਾਰਕ ਗ੍ਰੰਥੀ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਹੈ, ਕਿਉਂਕਿ ਪ੍ਰਚਾਰਕ ਕੀਰਤਨੀਆ ਜਿਹੜਾ ਹੈ ਨਾ ਤਾਂ ਉਸਦਾ ਕੋਈ ਬਹੁਤ ਵੱਡੇ ਕਿਸੇ ਨਾਲ ਲੈਣ ਦੇਣ ਹੁੰਦੇ ਹਨ, ਉਹ ਉਹਨਾਂ ਦੇ ਨਾਲ ਬੈਠ ਕੇ ਗਿਲੇ ਸ਼ਿਕਵੇ ਦੂਰ ਕੀਤੇ ਜਾਣ, ਨਾ ਕਿ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਘਟਦੀਆਂ ਹਨ ਉਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਨਾਮੋਸ਼ੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਔਰ ਜਿਹੜਾ ਆਉਣ ਵਾਲੇ ਜਿਹੜੀ ਸਾਡੀ ਜਨਰੇਸ਼ਨ ਹੈ ਜਿਨ੍ਹਾਂ ਨੂੰ ਅਸੀਂ ਕੀਰਤਨ ਦੀਆਂ, ਕਿਉਂਕਿ ਭਾਈ ਸਾਹਿਬ ਨੇ ਉੱਥੇ ਸੰਤੋਖ ਵਿਹਾਰ ਗੁਰਦੁਆਰਾ ਸਾਹਿਬ ਵਿਖੇ ਬਹੁਤ ਸੋਹਣਾ ਬੱਚਿਆਂ ਨੂੰ ਸੁਰੀਲਾ ਕੀਰਤਨ ਵੀ ਉੱਥੇ ਸਿਖਾਇਆ ਹੈ, ਉੱਥੇ ਪੰਜਾਬੀ ਦੀ ਕਲਾਸਾਂ ਦੇ ਰਹੇ ਹਨ। ਅਤੇ ਮੈਨੂੰ ਸਮਝ ਨਹੀਂ ਆਉਂਦੀ ਇਹ ਕੁਝ ਜਦੋਂ ਉਹ ਬੱਚੇ ਵੇਖਦੇ ਹੋਣਗੇ ਕਿ ਇੱਕ ਗ੍ਰੰਥੀ ਬਣ ਕੇ, ਰਾਗੀ ਬਣ ਕੇ ਇਹੋ ਜਿਹੀਆਂ ਪ੍ਰਸਥਿਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਹੈ, ਇਸ ਕੋਲੋਂ ਅਸੀਂ ਕਿਤੇ ਹੋਰ ਕਿਸੇ ਲਾਈਨ ਵਿੱਚ ਹੀ ਚਲੇ ਜਾਈਏ। ਸੋ ਮੈਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ, ਅਗਰ ਭਾਈ ਸਾਹਿਬ ਨੂੰ ਇਸ ਗੱਲ ਦਾ ਨਿਆਂ ਮਿਲਿਆ ਤਾਂ ਅਸੀਂ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਾਂਗੇ, ਅਗਰ ਨਹੀਂ ਮਿਲਿਆ
ਤੇ ਸਾਰੀ ਸਿੱਖ ਸੰਗਤ ਇਕੱਠੀ ਹੋ ਕੇ ਦਾਸ ਆਪਣੇ ਵੱਲੋਂ ਭਾਈ ਸਾਹਿਬ ਅਖੀਰਲੇ ਦਮ ਤੱਕ ਜਦ ਤੱਕ ਇਹ ਸਾਜ਼ਿਸ਼ ਕਰਤਾ ਜਿਨ੍ਹਾਂ ਨੇ ਤੁਹਾਡੇ ਤੇ ਇਹ ਕੀਤਾ ਹੈ, ਅਗਰ ਉਹ ਸਾਹਮਣੇ ਨਹੀਂ ਆਉਂਦੇ, ਐਡਮਿਨਿਸਟ੍ਰੇਸ਼ਨ ਕੋਲ ਵੀ ਜਾਣਾ ਹੈ, ਅਗਰ LG ਸਾਹਿਬ ਕੋਲ ਵੀ ਜਾਣਾ ਪਿਆ, ਅਸੀਂ LG ਸਾਹਿਬ ਨੂੰ ਵੀ ਕਹਿੰਦੇ ਹਾਂ ਕਿ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਅਗਰ ਕਿਤੇ ਗੱਲ ਪਹੁੰਚਦੀ ਹੈ ਜ਼ਰੂਰ ਇਸ ਨੂੰ ਤੁਸੀਂ ਇਸ ਦਾ ਐਕਸ਼ਨ ਲੈਣਾ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਅਸੀਂ ਉਹਨਾਂ ਦੀ ਨੌਲੇਜ ਵਿੱਚ ਵੀ ਅਸੀਂ ਇਹ ਕੱਲ੍ਹ ਸਾਰਾ ਜਿਹੜਾ ਆਪ ਜੀ ਦੇ ਨਾਲ ਭਾਣਾ ਵਾਪਰਿਆ ਹੈ ਇਹ ਲਿਆਵਾਂਗੇ ਜ਼ਰੂਰ। ਸੋ ਆਓ ਅਸੀਂ ਭਾਈ ਸਾਹਿਬ ਦੇ ਨਾਲ ਇਸ ਦੁੱਖ ਦੇ ਸਮੇਂ ਵਿੱਚ ਸਾਰਾ ਆਪਣਾ ਕਾਫਲਾ, ਸਾਰੀਆਂ ਸਿੱਖ ਸੰਗਤਾਂ ਇਹਨਾਂ ਦੇ ਨਾਲ ਖੜੀਆਂ ਹਨ, ਕਿਉਂਕਿ ਇੱਕ ਬੇਦਾਗਾ ਜੀਵਨ ਭਾਈ ਸਾਹਿਬ ਨੇ ਜੀਆ ਹੈ। ਦੁਨਿਆਵੀ ਕਿਰਤ ਕਰਦਿਆਂ ਸਭ ਤੋਂ ਖਾਸੀਅਤ ਕਿ ਇੱਕ ਦੁਨਿਆਵੀ ਆਰਮੀ ਵਿੱਚ ਇਸ ਦੇਸ਼ ਦੀ ਰੱਖਿਆ ਲਈ ਜਦੋਂ ਇੱਕ ਵਿਅਕਤੀ ਉੱਥੋਂ ਨਿਕਲ ਕੇ ਗੁਰੂ ਘਰ ਦੇ ਪ੍ਰਬੰਧ ਚਲਾ ਰਿਹਾ ਹੈ, ਸੋ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਦਾ ਜ਼ਿਆਦਾ ਫਰਜ਼ ਬਣਦਾ ਹੈ ਕਿ ਇਸ ਮਸਲੇ ਨੂੰ ਸੁਲਝਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਭਲੀ ਭਾਂਤ ਜਾਣਦੇ ਹੋ ਕਿ ਸਾਡੇ ਵੀਰ, ਸਾਡੇ ਖਿੱਤੇ ਦੇ ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ, ਜਿਨ੍ਹਾਂ ਦੇ ਉੱਪਰ ਇਹ ਉਹਨਾਂ ਦੀ ਜਾਨ ਲੈਣ ਵਾਸਤੇ ਮੈਂ ਕਹਾਂਗਾ, ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਕਦਮ ਉਠਾਇਆ ਗਿਆ, ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਗੱਲਾਂ ਤੁਸੀਂ ਸਾਰੀਆਂ ਸੁਣ ਲਈਆਂ ਨੇ, ਮੈਂ ਬਾਰ-ਬਾਰ ਰਿਪੀਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਗੱਲ ਕਹਾਂਗਾ ਕਿ ਲੇਟ ਹੋ ਗਿਆ। 19 ਤਾਰੀਖ ਨੂੰ ਜਿਸਲੇ ਸ਼ੀਸ਼ਾ ਤੋੜਿਆ ਸੀ, 19 ਤਾਰੀਖ ਤੋਂ ਲੈ ਕੇ ਇਸ ਵੇਲੇ ਤੱਕ ਲੇਟ ਹੋ ਗਿਆ। 26 ਜਨਵਰੀ ਦੀ ਗੱਲ ਛੱਡ ਦਈਏ, ਅਸੀਂ ਐਵੇਂ ਅੱਗੇ ਕਰੀ ਜਾ ਰਹੇ ਹਾਂ। ਜੇ ਸਾਡੇ ਕੋਲ ਇੱਕ ਵਿਅਕਤੀ ਚਲਾ ਜਾਂਦਾ, ਬਾਅਦ ਵੀ ਸਾਡੇ ਕੋਲ ਕੀ ਰਹਿ ਜਾਂਦਾ? ਰੋਣਾ ਪਿੱਟਣਾ, ਪਛਤਾਵਾ ਰਹਿ ਜਾਂਦਾ। ਇਸ ਕਰਕੇ ਮੈਂ ਕਹਾਂਗਾ ਸਖਤ ਨਿੰਦਿਆ ਕਰਨੀ ਚਾਹੀਦੀ ਹੈ। ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਵੇਲੇ ਕਿਸੇ ਹੋਰ ਕਿਸੇ ਦੇ ਘਰ ਹੋ ਜਾਏ, ਉੱਚ ਅਧਿਕਾਰੀ ਦੇ ਘਰ ਹੋ ਜਾਏ, ਕਿਸੇ ਨਾਮੀ ਗ੍ਰਾਮੀ ਬੰਦੇ ਦੇ ਘਰ ਹੋ ਜਾਏ, ਇਸ ਵੇਲੇ ਬਾਹਰ ਪੁਲਿਸ ਲੱਗ ਜਾਂਦੀ ਹੈ। 26 ਜਨਵਰੀ ਇੱਕ ਪਾਸੇ ਰਹਿ ਜਾਂਦੀ ਹੈ ਕਿ ਇਹਨਾਂ ਕੋਲ ਪੁਲਿਸ ਨਹੀਂ ਹੈ। ਬਿਲਕੁਲ ਗਲਤ ਹੈ ਕਿ 26 ਜਨਵਰੀ ਤੱਕ ਕਹਿ ਰਹੇ ਨੇ ਇੱਕ ਦੂਸਰੇ ਨੂੰ, ਅਸੀਂ ਆਣ ਕੇ ਮੀਡੀਆ ਤੇ ਆਪਣੀ ਸ਼ਕਲਾਂ ਦਿਖਾਉਣ ਵਾਸਤੇ ਆ ਜਾਂਦੇ ਹਾਂ। ਇਸ ਕਰਕੇ ਮੈਂ ਇਸ ਦੇ ਨਾਲ ਐਗਰੀ ਨਹੀਂ ਹਾਂ। ਮੈਂ ਕਹਾਂਗਾ ਕਿ ਬਹੁਤ ਅੱਛੇ ਕੰਮਕਾਜ ਕਰਨ ਵਾਲੇ ਨੇ DG ਆਪਣਾ ਦਿਲਬਾਗ ਸਿੰਘ ਜੀ। ਇਸ ਕਰਕੇ ਮੈਂ ਕਹਾਂਗਾ, ਉਹਨਾਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ, ਕਿਉਂ ਕਿ ਮੈਂ ਆਪ ਇੱਕ ਰਾਗੀ ਸਿੰਘ ਹਾਂ। ਮੈਂ ਅੱਜ ਕੀਰਤਨ ਕਰ ਰਿਹਾ ਸਾਂ, ਉੱਥੇ ਵੀ ਮਨ ਵਿੱਚ ਸੋਚ ਰਿਹਾ ਸਾਂ, ਮੈਂ ਭਾਈ ਸਾਹਿਬ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਦੱਸਿਆ, ਮੈਨੂੰ ਕਹਿਣ ਲੱਗੀ ਇਸ ਤਰ੍ਹਾਂ ਗੱਲਬਾਤ ਹੈ ਤੇ ਇੱਥੇ ਪਹੁੰਚਣਾ। ਪਰ ਮੈਂ ਕਹਾਂਗਾ ਕਿ ਸਾਡੇ ਨਾਲ ਰਾਗੀ ਸਿੰਘ ਨੇ, ਅੱਜ ਰਾਗੀ ਸਿੰਘ ਦੇ ਨਾਲ ਇਹ ਘਟ, ਰਾਗੀ ਸਿੰਘ ਨੂੰ ਮਾਰਨਾ ਕੀ ਹੁੰਦਾ, ਭਾਈ ਨੂੰ ਮਾਰਨਾ ਕੀ ਹੁੰਦਾ, ਪੰਡਤ ਨੂੰ ਮਾਰਨਾ ਕੀ ਹੈ? ਉਹ ਵੇਲੇ ਕਵੇਲੇ ਨਿਕਲਦੇ ਨੇ ਬਾਹਰ, ਉਹਨਾਂ ਨੂੰ ਰਾਤ ਨੂੰ 12 ਵਜੇ ਕਿਸੇ ਦੇ ਘਰ ਮੌਤ ਹੁੰਦੀ ਹੈ, ਕਹਿੰਦੇ ਭਾਈ ਸਾਹਿਬ ਜੀ ਸਾਡੇ ਘਰ ਕੀਰਤਨ ਕਰਕੇ ਜਾਓ। ਸਾਨੂੰ ਕੀ ਪਤਾ ਹੈ? ਅਸੀਂ ਕਿਸੇ ਦੇ ਵੀ ਚਲਦੇ ਹਾਂ ਤੇ ਜਵਾਨ ਦੇ ਉੱਤੇ ਚਲਦੇ ਹਾਂ, ਅਸੀਂ ਚਲਦੇ ਹਾਂ ਕਿਸੇ ਦੇ ਭਰੋਸੇ 'ਤੇ ਚਲਦੇ ਹਾਂ। ਸਾਨੂੰ ਹੋਰ ਕੁਛ ਨਹੀਂ ਹੁੰਦਾ। ਸਾਨੂੰ ਮਾਰਨਾ, ਰਾਗੀ ਨੂੰ ਅੱਗੇ ਇਹੋ ਜਿਹੀਆਂ ਘਟਨਾਵਾਂ ਬੜੀਆਂ ਹੋ ਚੁੱਕੀਆਂ ਨੇ। ਮੈਂ ਇਹ ਗੱਲ ਕਹਾਂਗਾ, ਤੁਸੀਂ ਬੈਕਗਰਾਊਂਡ 'ਤੇ ਜਾ ਕੇ ਪੜ੍ਹ ਕੇ ਦੇਖ ਲਓ, ਸਾਡੇ ਬੜੇ ਕੀਮਤੀ ਲੋਕ ਇਸ ਤਰ੍ਹਾਂ ਦੇ ਸ਼ਿਕਾਰ ਹੋ ਗਏ ਨੇ। ਇਸ ਕਰਕੇ ਰਾਗੀ ਸਿੰਘ ਦਾ ਕੀ ਹੁੰਦਾ, ਇੱਕ ਪ੍ਰਬੰਧਕ ਸੱਜਣ ਹੁੰਦੇ ਨੇ, ਅਤੇ ਜਿਸਲੇ ਮੈਂ ਕਹਾਂਗਾ ਕਿ ਇਸ ਦਾ ਨਿਚੋੜ ਕੱਢਿਆ ਜਾਏ, ਇਸ ਦੀ ਵੈਰੀਫਾਈ ਕੀਤੀ ਜਾਵੇ, ਉਹ ਜਲਦੀ ਤੋਂ ਜਲਦੀ ਉਹ ਬੰਦੇ ਪਕੜੇ ਜਾਣ, ਤਾਂ ਕਿ ਜਿਹੜੇ ਲੋਕੀ ਨੇ, ਜਿਹੜੇ ਘਰ ਬਾਰ-ਬਾਰ ਆ ਰਹੇ ਨੇ, ਜਿਹੜੀਆਂ ਹੋਰ ਲੋਕਾਂ ਦੇ ਹਿਰਦੇ ਬੜੇ ਬਲੁੰਦਰੇ ਹੋਏ ਨੇ, ਤਾਂ ਕਿ ਉਹਨਾਂ ਨੂੰ ਚੈਨ ਆਵੇ ਔਰ ਸੱਚ ਜਿਹੜਾ ਨਿਕਲ ਕੇ ਬਾਹਰ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬਾਣੀ ਦੇ ਜ਼ਰੀਏ ਸਮੂਹ ਸੰਗਤਾਂ ਨੂੰ ਇੱਕ ਸੰਦੇਸ਼, ਇੱਕ ਮੈਸੇਜ ਦੇਣਾ ਚਾਹੁੰਦਾ। ਜਿਵੇਂ ਕਿ ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ ਨਾਲ ਜੇ ਇਹ ਹਾਦਸਾ ਹੋਇਆ ਹੈ, ਦੇਖੋ ਪ੍ਰਸ਼ਾਸਨ ਚਾਹੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ, ਅਗਰ ਉਹਨਾਂ ਵਿੱਚ ਇਮਾਨਦਾਰੀ ਜਾਂ ਵਫਾਦਾਰੀ ਨਾਲ ਹਰ ਇੱਕ ਮਸਲੇ ਦਾ ਹੱਲ ਪ੍ਰਸ਼ਾਸਨ ਕਰ ਸਕਦਾ ਹੈ। ਉਹ ਆ ਗਿਆ ਪ੍ਰਸ਼ਾਸਨ। ਦੂਜੇ ਪਾਸੇ ਮੈਂ ਉਹਨਾਂ ਕਮੇਟੀਆਂ ਨੂੰ ਬੇਨਤੀ ਕਰਦਾ, ਯਾਰ ਜਿੰਨਾ ਗ੍ਰੰਥੀਆਂ ਤੁਸੀਂ ਜਿਹੜੇ ਗ੍ਰੰਥੀ ਜਿਹੜੇ ਕੀਰਤਨੀ ਆਪਣੇ ਕੋਲ ਰੱਖੇ ਹੋਣ, ਉਹਨਾਂ ਦੀ ਸੇਫਟੀ ਵੀ ਜ਼ਰੂਰ ਕਰੋ। ਤੀਜਾ ਆਖਿਰ ਵਿੱਚ ਮੈਸੇਜ ਹੈ ਸੰਗਤ ਨੂੰ, ਗੁਰੂ ਕੀ ਸੰਗਤ ਗੁਰੂ ਘਰੇ ਜ਼ਰੂਰ ਆਉਂਦੀ ਹੈ, ਪਰ ਉਹਨਾਂ ਵਿੱਚ ਚੱਲ ਕੇ ਕੁਝ ਠੱਗ ਵੀ ਬੜੇ ਆਉਂਦੇ ਹਨ। ਇਸ ਕਰਕੇ ਸਾਨੂੰ ਠੱਗਾਂ ਨੂੰ ਪਛਾਣਨ ਦੀ ਬਹੁਤ ਜ਼ਰੂਰਤ ਹੈ। ਜਿੰਨੀ ਦੇਰ ਇਹ ਠੱਗ ਨਹੀਂ ਪਛਾਣੇ ਜਾਣਗੇ, ਇੰਨੀ ਦੇਰ ਇਹ ਹਾਦਸੇ ਇਸ ਤਰ੍ਹਾਂ ਹੁੰਦੇ ਰਹਿਣਗੇ। ਅਸੀਂ ਭਾਈ ਸਾਹਿਬ ਦੇ ਨਾਲ ਹਾਂ ਅਤੇ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦੇ ਹਾਂ ਕਿ ਇਸ ਦੀ ਜਿਹੜੀ ਕਾਰਵਾਈ ਹੈ ਛੇਤੀ ਤੋਂ ਛੇਤੀ ਕੀਤੀ ਜਾਵੇ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਉਹ ਚਿਹਰੇ ਜ਼ਰੂਰ ਨੰਗੇ ਹੋਣੇ ਚਾਹੀਦੇ ਹਨ। ਪ੍ਰਸ਼ਾਸਨ ਵੀ ਕਰੇ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਕਰੇ ਤੇ ਗੁਰੂ ਕੀ ਸੰਗਤ ਵੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਸਾਰੇ ਹੀ ਦੇਖੋ, ਅੱਜ ਤਕਰੀਬਨ ਜੰਮੂ ਕਸ਼ਮੀਰ ਦੇ ਸਾਰੇ ਹੀ ਜਥੇਬੰਦੀਆਂ ਔਰ ਸਾਰੇ ਹੀ ਪਤਵੰਤ ਸੱਜਣ ਇੱਥੇ ਪਹੁੰਚੇ ਹਨ, ਔਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ। ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਜੋ ਕਿ ਸਾਡੇ ਇੱਥੇ ਨਾਲ ਹੀ ਕਾਲੂ ਚੱਕ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਆਪਣੀਆਂ ਸੇਵਾਵਾਂ ਉੱਥੇ, ਭਾਈ ਸਾਹਿਬ ਭਾਈ ਰੰਗੀਲ ਸਿੰਘ ਜੀ ਆਪਣੀਆਂ ਉੱਥੇ ਸੇਵਾਵਾਂ ਦਿੰਦੇ ਹਨ, ਔਰ ਬੜਾ ਹੀ ਮੰਦਭਾਗੀ ਘਟਨਾ ਹੈ। ਔਰ ਇਹ ਕਿਧਰੇ ਨਾ ਕਿਧਰੇ
ਸਾਡੇ ਐਲਜੀ ਸਾਹਿਬ ਮਨੋਜ ਸਿਨਹਾ ਸਾਹਿਬ ਜੀ ਨੇ ਜਿਹੜੇ ਕਿ ਇਸ ਵੇਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠੇ ਹਨ, ਇਹ ਉਹਨਾਂ ਉੱਪਰ ਵੀ ਸਵਾਲੀਅਤ ਨਿਸ਼ਾਨ ਹੈ ਕਿ ਅੱਜ ਅਗਰ ਗੁਰੂ ਘਰ ਦੇ ਪ੍ਰਚਾਰਕ ਸਿੰਘ, ਗੁਰੂ ਘਰ ਦੇ ਕੀਰਤਨੀਏ ਸਿੰਘਾਂ ਉੱਪਰ ਇਹ ਹਾਲਾਤ ਬਣ ਜਾਣਗੇ ਤਾਂ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਆ ਜਿਹੜਾ ਆਮ ਆਵਾਮ ਹੈ, ਆਵਾਮ ਦੀ ਕੀ ਹਾਲਾਤ ਬਣਨਗੇ। ਤਾਂ ਇਹ ਅੱਜ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਤਕਰੀਬਨ ਜਿਹੜਾ ਆਵਾਮ ਹੈ ਉਹ ਇਸ ਐਡਮਿਨਿਸਟ੍ਰੇਸ਼ਨ ਕੋਲ ਬਹੁਤ ਜ਼ਿਆਦਾ ਦੁਖੀ ਹੈ, ਔਰ ਖਾਸ ਕਰਕੇ ਜੋ ਇਸ ਵੇਲੇ ਡਿਸਟ੍ਰਿਕਟ ਪੁਲਿਸ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ, ਆਪ ਜੀ ਦੇਖ ਰਹੇ ਸੋ ਕਿ ਤਕਰੀਬਨ 2-3 ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ ਕਿ ਇੱਕ ਬੀਬੀ ਜਿਹੜੀ ਹੈ ਉਹ ਗਾਂਧੀਨਗਰ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਬਾਹਰ ਜਿਹੜੀ ਹੈ ਉਹ ਰੋਂਦੀ ਹੈ ਔਰ ਆਪਣੀ ਇਸ ਐਡਮਿਨਿਸਟ੍ਰੇਸ਼ਨ ਕੋਲੋਂ ਆਪਣੀ ਜਿਹੜੀ ਹੈ ਉਹ ਮੰਗਦੀ ਹੈ ਆਪਣੇ ਵਾਸਤੇ ਮੰਗਦੀ ਹੈ ਕਿ ਸਾਡੇ ਉੱਪਰ ਕਿੰਨਾ ਇਸ ਵੇਲੇ ਅਤਿਆਚਾਰ ਹੋ ਰਿਹਾ। ਇਹ ਅਸੀਂ ਇਸ ਹੁਕੂਮਤ ਕੋਲੋਂ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ। ਬੇਸ਼ੱਕ ਜਿੱਥੇ 26 ਜਨਵਰੀ ਔਰ 15 ਅਗਸਤ ਹੈ, ਲੇਕਿਨ ਅਗਰ ਤੁਹਾਡਾ ਆਵਾਮ ਹੀ ਸੇਫ ਨਹੀਂ ਹੈ ਤਾਂ ਤੁਸੀਂ ਕੀ ਚਾਹੁੰਦੇ ਹੋ, ਤੁਸੀਂ ਕਿਹੜੇ ਦੇਸ਼ ਦੀ ਸਿਰਜਣਾ ਕਰੋਗੇ। ਤਾਂ ਅਸੀਂ ਇਸ ਐਡਮਿਨਿਸਟ੍ਰੇਸ਼ਨ ਕੋਲੋਂ ਮੰਗ ਰੱਖਦੇ ਹਾਂ ਕਿ ਜਲਦ ਤੋਂ ਜਲਦ ਭਾਈ ਸਾਹਿਬ ਦੇ ਉੱਪਰ ਜਿਹੜਾ ਇਹ ਜਾਨਲੇਵਾ ਹਮਲਾ ਹੋਇਆ ਹੈ, ਜਲਦ ਤੋਂ ਜਲਦ ਉਹ ਲੋਕ ਜਿਹੜੇ ਹਨ ਗ੍ਰਿਫਤਾਰ ਕੀਤੇ ਜਾਣ ਔਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਔਰ ਜਿਹੜੀ ਉਹ ਬੈਠੀ ਸੋਈ ਹੋਈ ਐਡਮਿਨਿਸਟ੍ਰੇਸ਼ਨ ਹੈ ਉਹ ਖਾਲੀ ਚਲਾਨ ਨਾ ਕੱਟੇ, ਉਹ ਖਾਲੀ ਲੋਕਾਂ ਨੂੰ ਪਰੇਸ਼ਾਨ ਨਾ ਕਰੇ। ਲੋਕਾਂ ਦੇ ਛੋਟੇ ਬੱਚੇ 5-5 ਸਾਲਾਂ ਦੇ ਜਿਹੜੇ ਨੇ ਉਹ ਥਾਣੇ ਦੇ ਬਾਹਰ ਔਰ ਲੋਕਾਂ ਦੀ ਜਿਹੜੀਆਂ ਸਾਡੀਆਂ ਭੈਣਾਂ ਹਨ ਉੱਥੇ ਖੱਜਲ ਹੋ ਰਹੀਆਂ ਔਰ ਸਾਡਾ ਆਵਾਮ ਜਿਹੜਾ ਹੈ ਉਹ ਸਫਰ ਕਰ ਰਿਹਾ। ਮੈਂ ਮੰਗ ਰੱਖਦਾ ਹਾਂ ਜਲਦ ਤੋਂ ਜਲਦ ਇਹ ਨਿਆਂ ਦਿੱਤਾ ਜਾਏ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿੱਥੇ 26 ਜਨਵਰੀ ਔਰ 15 ਅਗਸਤ ਮਨਾ ਰਹੇ ਹੋ, ਇਹ ਸਾਰਾ ਆਵਾਮ ਜਿਹੜਾ ਰੋਡਾਂ ਉੱਪਰ ਬੈਠੇਗਾ ਔਰ ਤੁਹਾਡੀ ਜਿਹੜੀ ਬਾਹਰ ਜਿਹੜੀ ਸਾਡੇ ਮੁਲਕ ਹਨ ਉਹ ਦੇਖਣਗੇ ਕਿ ਹਿੰਦੁਸਤਾਨ ਦੇ ਕੀ ਹਾਲਾਤ ਬਣੇ ਹੋਏ, ਜਿੱਥੇ ਇੱਕ ਗੁਰੂ ਘਰ ਦਾ ਜਿਹੜਾ ਸੇਵਕ ਹੈ ਉਹ ਸੇਫ ਨਹੀਂ ਹੈ, ਜਿਹੜਾ ਗੁਰੂ ਘਰ ਦਾ ਪੁਜਾਰੀ ਸੇਫ ਨਹੀਂ ਹੈ, ਤੇ ਆਵਾਮ ਦਾ ਕੀ ਹਾਲਾਤ ਬਣਨਗੇ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਜੋ ਹੈ ਇੱਕ ਬਾਣੀ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਆਵਾਮ ਦੀ ਆਵਾਜ਼ ਨੂੰ ਚੌਥਾ ਸਤੰਭ ਬਣ ਕੇ ਜਿਹੜਾ ਹੈ ਉਹ ਹਰ ਜਨ ਤੱਕ ਪਹੁੰਚਾਉਂਦੇ ਹਨ ਔਰ ਲੋਕਾਂ ਦੀ ਸੱਚ ਜਿਹੜਾ ਹੈ ਉਹ ਸੱਚ ਦੀ ਰੋਸ਼ਨ ਦਾ ਪ੍ਰਗਟਾਵਾ ਕਰਦੇ ਹਨ। ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਦਾ ਹੋਇਆ ਆਓ ਅਸੀਂ ਕੋਸ਼ਿਸ਼ ਕਰੀਏ ਕਿ ਭਾਈ ਸਾਹਿਬ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਜਿਹੜਾ ਬਸ਼ਿੰਦਾ ਉਹ ਬਾਹਰ ਨਿਕਲ ਕਰਕੇ ਆ ਕੇ ਇਸ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਸ ਦੇ ਅੱਗੇ ਅਸੀਂ ਮੰਗ ਰੱਖੀਏ। ਇਹਨਾਂ ਸ਼ਬਦਾਂ ਦੇ ਨਾਲ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬਾਣੀ ਚੈਨਲ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਹੜੇ ਅੱਜ ਭਾਈ ਸਾਹਿਬ ਭਾਈ ਰੰਗੀਲ ਸਿੰਘ ਰਾਗੀ ਹੋਰਾਂ ਦੇ ਘਰ ਜਿਹੜੇ ਆਏ ਹਨ ਔਰ ਬੜੀ ਹੀ ਮੰਦਭਾਗਨੀ ਇੱਕ ਘਟਨਾ ਜਿਹੜੀ ਕੱਲ੍ਹ ਵਾਪਰੀ ਹੈ ਇਹਨਾਂ ਦੇ ਨਾਲ। ਕਿਸੇ ਨੇ ਈਰਖਾਵਸ ਹੋ ਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਾਂ ਫਿਰ ਅਸੀਂ ਸਮਝਦੇ ਹਾਂ ਕਿ ਰਾਗੀ ਸਾਹਿਬ ਇੱਕ ਨਿਸ਼ਕਾਮ ਸੇਵਾ ਵੀ ਨਿਭਾਉਂਦੇ ਸਨ, ਜਿਹੜੀ ਕਿ ਬੱਚਿਆਂ ਨੂੰ ਕੀਰਤਨ ਔਰ ਧਾਰਮਿਕ ਵਿੱਦਿਆ ਜਿਹੜੀ ਦਿੰਦੇ ਸਨ, ਜਾਂ ਉਸ ਕਰਕੇ ਕਿ ਜਿਹੜੀ ਧਾਰਮਿਕ ਵਿੱਦਿਆ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਉਸ ਨੂੰ ਕਿਤੇ ਰੋਕ ਲਗਾਈ ਜਾਏ, ਐਸਾ ਕਾਰਨ ਹੋ ਸਕਦਾ ਹੈ। ਕਿਉਂਕਿ ਭਾਈ ਸਾਹਿਬ ਜਿਹੜੇ ਹਨ ਉਹਨਾਂ ਦੀ ਆਪਣੀ ਪਰਸਨਲ ਰੰਜਿਸ਼ ਕਿਸੇ ਨਾਲ ਵੀ ਨਹੀਂ ਸੀ, ਤੇ ਅਸੀਂ ਅੱਜ ਭਾਈ ਸਾਹਿਬ ਦੀ ਜਿਹੜੀ ਗੱਲ ਹੈ ਉਹ ਪੁਲਿਸ ਡਿਪਾਰਟਮੈਂਟ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਅਸੀਂ ਕਹਿਣਾ ਚਾਹੁੰਦੇ ਹਾਂ ਪੁਲਿਸ ਡਿਪਾਰਟਮੈਂਟ ਨੂੰ ਉਹ ਜਲਦ ਤੋਂ ਜਲਦ ਇਹਨਾਂ ਦੇ ਨਾਲ ਜਿਹੜੀ ਮੰਦਭਾਗਨੀ ਘਟਨਾ ਵਾਪਰੀ ਹੈ ਉਸ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨ ਕਿ ਉਹ ਸ਼ਖਸ ਕੌਣ ਸਨ, ਉਹ ਅਨਸਰ ਕੌਣ ਸਨ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਹ ਘਟਨਾ ਵਾਪਰਾਈ ਹੈ। ਕਿਉਂਕਿ ਇਹ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਸ ਲਈ ਇਹੋ ਜਿਹੀ ਘਟਨਾ ਹੁੰਦੀਆਂ ਨੇ ਉਹ ਸ਼ੁਰੂਆਤ ਛੋਟੀ ਮੋਟੀ ਘਟਨਾ ਤੋਂ ਹੁੰਦੀ ਹੈ, ਪਰ ਅਗਰ ਉਹ ਮੌਕੇ ਸਿਰ ਠੱਲ ਨਾ ਪਾਈ ਜਾਏ ਤਾਂ ਆਹਿਸਤਾ ਜਿਹੜੀਆਂ ਵੱਧਦੀਆਂ ਜਾਂਦੀਆਂ ਹਨ। ਅੱਜ ਇਹਨਾਂ ਭਾਈ ਸਾਹਿਬ ਦੇ ਨਾਲ ਹੋਈ ਹੈ, ਕੱਲ੍ਹ ਕਿਸੇ ਹੋਰ ਦੇ ਨਾਲ ਵੀ ਹੋ ਸਕਦੀ ਹੈ, ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲੇ ਕਿ ਇਹ ਘਟਨਾ ਜਿਹੜੀਆਂ ਹੋਰ ਵਧਣ ਤਾਂ ਉਸ ਤੋਂ ਪਹਿਲੇ ਠੱਲ ਪਾਈ ਜਾਏ ਔਰ ਜਿਹੜੇ ਵੀ ਸ਼ਰਾਰਤੀ ਅਨਸਰ ਹਨ ਉਹਨਾਂ ਨੂੰ ਪਰਦਾਫਾਸ਼ ਕੀਤਾ ਜਾਏ ਤਾਂ ਕਿ ਲੋਕਾਂ ਦੇ ਸਾਹਮਣੇ ਆਏ ਕਿ ਇਸ ਦੇ ਪਿੱਛੇ ਕਾਰਨ ਕੀ ਸੀ ਕਿ ਉਹਨਾਂ ਨੇ ਭਾਈ ਸਾਹਿਬ ਨੂੰ ਇੰਨੀ ਜਿਹੜਾ ਤਸ਼ੱਦਦ ਤੱਕ ਪਹੁੰਚਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰ੍ਹਾਂ ਕਿ ਮੈਂ ਸਮਝਦਾ ਸਮੂਹ ਜੰਮੂ ਕਸ਼ਮੀਰ ਦੀਆਂ ਸਮੂਹ ਸਿੱਖ ਸੰਗਤਾਂ ਨੇ ਇੱਕ ਬਾਣੀ ਚੈਨਲ ਰਾਹੀਂ ਅਤੇ ਹੋਰ ਸਾਡੇ ਜੋ ਸਿੰਘ ਇੱਥੇ ਉਹਨਾਂ ਨੇ ਆਪਣੇ ਜੋ ਵਿਚਾਰ ਰੱਖੇ ਨੇ, ਸਾਰਿਆਂ ਨੂੰ ਇਹ ਪਤਾ ਚੱਲ ਗਿਆ ਕਿ ਇਹ ਜੋ ਮੰਦਭਾਗੀ ਘਟਨਾ ਹੋਈ ਹੈ ਸਰਦਾਰ ਰੰਗੀਲ ਸਿੰਘ ਜੀ, ਮੈਂ ਸਮਝਦਾ ਕਿ ਸਰਦਾਰ ਰੰਗੀਲ ਸਿੰਘ ਜੀ ਜਿਸ ਤਰ੍ਹਾਂ ਕਿ ਸਾਡੀ ਕੌਮ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਸਨ ਇੱਥੇ ਗੁਰਦੁਆਰਾ ਸਾਹਿਬ ਵਿਖੇ, ਔਰ ਇਹ ਜੋ ਘਟਨਾ ਹੋਈ ਹੈ ਮੈਂ ਸਮਝਦਾ ਸਾਰੀ ਜੋ ਸਿੱਖ ਕੌਮ ਹੈ ਜੰਮੂ ਦੀ ਉਹ ਇਸ ਵਕਤ ਚਿੰਤਾਜਨਕ ਹੈ। ਔਰ ਅਸੀਂ ਅੱਜ ਇੱਥੇ ਆ ਕੇ ਜੋ ਸਮੂਹ ਪੰਥਦਰਦੀ ਅਤੇ ਨੌਜਵਾਨ ਚੇਤਨਾ ਲਹਿਰ ਦੇ ਜੋ ਸਿੰਘ ਨੇ, ਅਸੀਂ ਭਾਈ ਸਾਹਿਬ ਜੀ ਦੇ ਨਾਲ ਅਸੀਂ ਆਪਣੀ ਹਮਦਰਦੀ ਜਤਾਈ ਹੈ ਅਤੇ ਅਸੀਂ ਨਾਲ ਹੀ ਨਾਲ ਅਸੀਂ ਅੱਜ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਾਂਗੇ, ਜੋ ਸਾਡੇ ਉੱਚ ਅਧਿਕਾਰੀ ਨੇ ਜੰਮੂ ਵਿੱਚ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਘਟਨਾ ਦੀ ਜੋ ਜਾਂਚ ਹੈ ਉਹ ਸ਼ਖਸ ਉਹ ਅਨਸਰ ਸਾਹਮਣੇ ਆਉਣੇ ਚਾਹੀਦੇ ਨੇ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ,
ਤਾਂ ਕਿ ਸੰਗਤਾਂ ਨੂੰ ਸੱਚ ਪਤਾ ਲੱਗ ਸਕੇ। ਅਤੇ ਨਾਲ ਹੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਚੀਜ਼ ਨੂੰ ਐਡਮਿਨਿਸਟ੍ਰੇਸ਼ਨ ਦੇ ਨਾਲ ਟੇਕ ਅਪ ਕਰਨ। ਕੱਲ੍ਹ ਜਿਸ ਤਰ੍ਹਾਂ ਸਾਡੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਵੀ ਇੱਥੇ ਆਏ ਸਨ, ਔਰ ਮੈਂ ਸਮਝਦਾ ਕਿ ਇਹ ਬਹੁਤ ਹੀ ਚਿੰਤਾਜਨਕ ਘਟਨਾ ਹੈ ਔਰ ਇਹਨਾਂ ਭਾਈ ਸਾਹਿਬ ਨੂੰ ਇਹਨਾਂ ਦੀ ਸਿਕਿਉਰਟੀ ਇਹਨਾਂ ਨੂੰ ਦੇਣੀ ਚਾਹੀਦੀ ਹੈ। ਔਰ ਖਾਸ ਕਰ ਜਦ ਤੱਕ ਇਹ ਜੋ ਅਨਸਰ ਸਾਹਮਣੇ ਨਹੀਂ ਆਉਂਦੇ ਇਹਨਾਂ ਨੂੰ ਪ੍ਰੋਪਰ ਸਿਕਿਉਰਟੀ ਮਿਲਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਇਹਨਾਂ ਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਕਰਕੇ ਸਾਡੀ ਸਿਨਮਰ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਕਿ ਜਲਦ ਤੋਂ ਜਲਦ ਇਹ ਜਿਹੜੇ ਅਨਸਰ ਨੇ ਜਿਨ੍ਹਾਂ ਨੇ ਸਾਡੇ ਸਤਿਕਾਰਯੋਗ ਜੋ ਸਾਡੇ ਗ੍ਰੰਥੀ ਸਿੰਘ ਨੇ, ਸਾਡੇ ਰਾਗੀ ਸਿੰਘ ਨੇ, ਇਹਨਾਂ ਤੇ ਹਮਲਾ ਕੀਤਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।